ਜਿਹੜਾ ਕਿਤੇ 5 ਰੁਪਏ ਦੇ ਨੋਟਾਂ ਤੇ 100 ਰੁਪਏ ਦੇ ਨੋਟ ਦੇ ਉੱਤੇ ਉਹ ਜੱਟ ਦੀ ਫੋਟੋ ਛਪਦੀ ਹੁੰਦੀ ਸੀ, ਉਹਨੂੰ ਰਾਜਾ ਕਹਿੰਦੇ ਸੀ ਕਿ ਟਰੈਕਟਰ ਚਲਾਉਂਦੇ ਕਿਸਾਨ ਦੀ ਫੋਟੋ ਹੁੰਦੀ ਸੀ। ਅੱਜ ਉਹ ਕਿਸਾਨ ਟਰੈਕਟਰ ਲਿਆ ਕੇ ਦਿੱਲੀ ਦੇ ਬਾਰਡਰਾਂ ਤੇ ਇਸ ਰਾਜੇ ਨੇ ਚਾਹ ਵਾਲੇ ਨੇ ਬਾਤਾ। ਕਿਸੇ ਨੂੰ ਕੋਈ ਸ਼ਿਮਲੇ ਜਾਣ ਦੀ ਲੋੜ ਨਹੀਂ, ਔਰ ਜੇ ਜਾਣਾ ਹੈ ਤੇ ਉਹਨਾਂ ਕਿਸਾਨਾਂ ਦੇ ਧਰਨਿਆਂ 'ਚ ਜਾਓ ਜਿੱਥੇ ਤੁਹਾਨੂੰ ਗੁਰੂ ਦੀ ਵੀ ਪ੍ਰਾਪਤੀ ਹੋਊਗੀ। किसान अंदोलन लगभग 3 महीने पूरे हो चुके हैं तो 36वां दिन जो ਸਿੰਘੂ ਬਾਰਡਰ ਤੇ है। किसान वड्डी गिनती के ਸਿੰਘੂ ਬਾਰਡਰ ਤੇ बैठे हैं, पर इन्होंने किसान धरना नहीं हुण जन अंदोलन कहा जा सकता है। किसान अंदोलन नूं जो जन अंदोलन वालों जन संख्या वालों देशों विदेशों के जो वड्डा भरवा hunगारा मिल रहा है, उत्थे ही पंजाब के जो कुछ सीनियर लीडर हैं, चाहे वो कांग्रेस के हैं चाहे किसी भी पार्टी नाल अपना वास्ता रखते हैं, इत्थे बैठे हैं। आओ असीं गल करांगे जीरा जी नाल। जीरा जी अज 36वें दिन हो गया ਸਿੰਘੂ बार्डर ते जो किसान बैठे हैं। कल किसानों की 6वें गेट की मीटिंग हुई सी। तुहानूं की लगता जो कल 2 बिलों ते गलबात सहमति जताई गई है, उस दे नाल किसानों नूं कोई रिलैक्स मिलेगा? गल ये कि कल तो मैं कहना कि वो कर्म वाला दिन सीगा, क्योंकि अजे तक आप जिन्नियां भी मीटिंगां होईयां, इस तो पहलां 5 मीटिंगां होईयां, और 5 मीटिंगां 'च तुसीं एक चीज़ नोट कीती होगी कि एक हंकार जिहड़ा एक बो जिहड़ी पावर दी बो जिहड़ी सी उन्हां मंत्रियां 'चों झलकदी सी। और जिहड़ी ये 6वीं मीटिंग होई है, इहदे विच भी इन्हां ने किसान जथेबंदियां ते दबाव बनाउण दी कोशिश कीती, पर जदों किसान जथेबंदियां मैं गल कहना कि उन्हां ते परमात्मा दी बड़ी किरपा, जदों आपदे स्टैंड ते वो डटियां रहियां ਤੇ ਹਾਰ ਕੇ ਉਹਨਾਂ ਨੂੰ ਉਹਨਾਂ ਮੰਤਰੀਆਂ ਨੂੰ ਇਹਨਾਂ ਦਾ ਲੰਗਰ ਵੀ ਛਕਣਾ ਪਿਆ, ਇਹਨਾਂ ਨਾਲ ਚਾਹ ਵੀ ਪੀਣੀ ਪਈ। ਔਰ ਕੱਲ ਮੁੜ ਕੇ ਜਿਹੜੀਆਂ ਗੱਲਾਂ ਜਿਹੜੀਆਂ ਉਹ ਉਦੋਂ ਤੋਂ ਲੈ ਕੇ, ਕਿਉਂਕਿ ਸਭ ਤੋਂ ਪਹਿਲਾਂ ਇਹਨਾਂ ਨੇ ਜਿਹੜਾ ਸਾਡੇ ਤੇ ਕਿਸਾਨਾਂ ਦੇ ਉੱਪਰ ਜਿਹੜਾ ਸਭ ਤੋਂ ਵੱਡਾ ਜਿਹੜਾ ਦੋਸ਼ ਲਾਇਆ ਸੀ, ਕਿਉਂਕਿ ਦਿੱਲੀ ਦੇ ਵਿੱਚ ਬੈਠਿਆਂ ਜੇ ਅੱਗ ਪੰਜਾਬ ਦੇ ਵਿੱਚ ਨਾੜ ਸੜਦਾ ਸੀ ਤਾਂ ਇਹ ਕਹਿੰਦੇ ਸੀ ਕਿ ਦਿੱਲੀ 'ਚ ਜੇ ਪੋਲਿਊਸ਼ਨ ਹੁੰਦਾ ਤਾਂ ਇਹਨਾਂ ਦੀਆਂ ਬੱਸਾਂ ਨਾਲ ਨਹੀਂ ਹੁੰਦਾ, ਇਹਨਾਂ ਦੇ ਜਿਹੜੀਆਂ ਫੈਕਟਰੀਆਂ ਚੱਲਦੀਆਂ ਉਹਨਾਂ ਨਾਲ ਨਹੀਂ ਹੁੰਦਾ। ਇਹ ਕਹਿੰਦੇ ਸੀ ਜਦੋਂ ਕਿਸਾਨ ਅੱਗ ਲਾਉਂਦਾ ਹੈ ਤਾਂ ਉਹ ਪਰਾਲੀ ਕਰਕੇ ਪੋਲਿਊਸ਼ਨ ਹੁੰਦਾ, ਔਰ ਜਿੰਦੇ ਕਰਕੇ ਇਹਨਾਂ ਨੇ 1 ਕਰੋੜ ਰੁਪਏ ਦਾ ਜੁਰਮਾਨਾ ਜਿਹੜਾ ਸੀ ਔਰ ਕੇਸ ਰਜਿਸਟਰਡ ਕਰਨ ਦਾ ਕਿ ਸਜ਼ਾ ਜਿੰਦੇ ਨਾਲ ਹੋ ਸਕੇ ਕਿਸਾਨ ਨੂੰ। ਮੌਤ ਦੇ ਵਾਰੰਟ ਜਿਹੜੇ ਇਹਨਾਂ ਨੇ ਬਣਾਏ ਸੀ, ਇੱਕ ਤਾਂ ਉਹਦੇ ਵਿੱਚੋਂ ਇਹਨਾਂ ਨੇ ਜਿਹੜਾ ਕਿਸਾਨੀ ਦਾ ਜਿਹੜਾ ਸੀਗਾ ਸ਼ਬਦ ਜਿਹੜਾ ਉਹ ਬਾਹਰ ਕੱਢ ਦਿੱਤਾ। ਔਰ ਉਸ ਤੋਂ ਬਾਅਦ ਜਿਹੜੀ ਗੱਲ ਕਰੀਏ ਪਾਵਰ ਐਗਰੀਮੈਂਟਾਂ ਦੀ, ਪਾਵਰ ਐਗਰੀਮੈਂਟ ਤਾਂ ਅਜੇ ਲਾਗੂ ਨਹੀਂ ਸੀ ਹੋਏ, ਪਰ ਉਹਦੇ 'ਚ ਇਹ ਸ਼ੱਕ ਜ਼ਰੂਰ ਸੀ ਕਿ ਹੌਲੀ ਹੌਲੀ ਜਿਹੜੇ ਪ੍ਰਾਈਵੇਟ ਘਰਾਣਿਆਂ ਦੇ ਹੱਥਾਂ 'ਚ ਬਿਜਲੀ ਲਿਆ ਕੇ ਜਿਹੜਾ ਕਿਸਾਨਾਂ ਨੂੰ ਅਸੀਂ ਮੁਫਤ ਬਿਜਲੀ ਦਿੰਦੇ ਹਾਂ, ਇਹ ਆਪਦੇ ਲੋ ਇੱਕ ਸਕੀਮ ਬਣਾਈ ਸੀ ਕਿ ਅਸੀਂ ਸਬਸਿਡੀ ਰਾਹੀਂ ਦਿਆ ਕਰਾਂਗੇ। ਔਰ ਜਿਵੇਂ ਕਿ 500 ਰੁਪਈਆ ਸਬਸਿਡੀ ਦੇਤੀ, ਮੁੜ ਕੇ 400 ਕਰਤੀ, ਫਿਰ 300 ਕਰਤੀ, ਹੌਲੀ ਹੌਲੀ ਉਹਦੇ ਵਿੱਚ ਵੀ ਕਿਸਾਨ ਦਾ ਜਿਹੜਾ ਸੀ ਇਹਨਾਂ ਨੇ ਨੁਕਸਾਨ ਕਰਨਾ ਸੀ। ਪਰ ਜਥੇਬੰਦੀਆਂ ਦੇ ਸਟੈਂਡ ਕਰਕੇ ਇਹ ਦੋਨਾਂ ਦੇ ਉੱਤੇ ਇਹਨਾਂ ਨੇ ਕੱਲ ਜਿਹੜਾ ਕਿ ਇਹਨਾਂ ਨੇ ਸਹਿਮਤੀ ਪ੍ਰਗਟਾਈ ਆ। ਔਰ ਇਸ ਤੋਂ ਬਾਅਦ ਜਿਹੜੀ ਮੇਨ ਗੱਲ ਇਹ ਹੈ ਕਿ ਸਾਡੀ ਫਸਲ, ਉਹ ਕਿਸਾਨ ਜਿਹਨੂੰ ਦੇਸ਼ ਦਾ ਅੰਨਦਾਤਾ ਕਹਿੰਦੇ ਆ, ਉਹ ਕਿਸਾਨ ਜਿਹੜਾ ਦੇਸ਼ ਦਾ ਰਾਜਾ ਕਹਾਉਣ ਵਾਲਾ ਅਸਲ ਰਾਜਾ, ਕਿਉਂਕਿ ਚਾਹ ਵਾਲਾ ਰਾਜਾ ਨਹੀਂ ਬਣ ਸਕਦਾ ਗਾ। ਚਾਹ ਵਾਲਾ ਤਾਂ ਕੁਝ ਸਮੇਂ ਲਈ ਜਿੰਨਾ ਚਿਰ ਲੋਕਾਂ ਨੇ ਤਾਕਤ ਦਿੱਤੀ ਉਹਨਾਂ ਚਿਰ, ਪਰ ਜਦੋਂ ਦਾ ਚਾਹ ਵਾਲੇ ਦੇ ਹੱਥ 'ਚ ਰਾਜ ਆਇਆ, ਇਹਨਾਂ ਨੇ ਸਾਡੇ ਦੇਸ਼ ਦਾ ਰਾਜਾ, ਦੇਸ਼ ਦਾ ਅੰਨਦਾਤਾ ਜਿਹੜਾ ਸੀ, ਜਿਹੜਾ ਕਿਤੇ 5 ਰੁਪਏ ਦੇ ਨੋਟਾਂ ਤੇ 100 ਰੁਪਏ ਦੇ ਨੋਟ ਦੇ ਉੱਤੇ ਉਹ ਜੱਟ ਦੀ ਫੋਟੋ ਛਪਦੀ ਹੁੰਦੀ ਸੀ, ਉਹਨੂੰ ਰਾਜਾ ਕਹਿੰਦੇ ਸੀ ਕਿ ਟਰੈਕਟਰ ਚਲਾਉਂਦੇ ਕਿਸਾਨ ਦੀ ਫੋਟੋ ਹੁੰਦੀ ਸੀ। ਅੱਜ ਉਹ ਕਿਸਾਨ ਟਰੈਕਟਰ ਲਿਆ ਕੇ ਦਿੱਲੀ ਦੇ ਬਾਰਡਰਾਂ ਤੇ ਇਸ ਰਾਜੇ ਨੇ ਚਾਹ ਵਾਲੇ ਨੇ ਬਾਤਾ। ਪਰ ਮੈਨੂੰ ਇਹ ਹੁਣ ਆਸ ਆ ਕਿ ਜਿਹੜੇ ਹਿਸਾਬ ਨਾਲ ਦਬਾਅ ਬਣਾਇਆ ਸਾਡੇ ਦੇਸ਼ ਦੇ ਹਰ ਨਾਗਰਿਕ ਨੇ, ਕਿਉਂਕਿ ਇੱਕ ਫਰਜ਼ ਵੀ ਬਣਦਾ ਹੈ। ਔਰ ਧੰਨਵਾਦ ਜਿਵੇਂ, ਕਿਉਂਕਿ ਜਿਹੜਾ ਗੋਦੀ ਮੀਡੀਆ ਇਹ ਤਾਂ ਉਹ ਕਹਿੰਦਾ ਜੋ ਅੰਬਾਨੀ ਤੇ ਅਡਾਨੀ ਕਹਿੰਦੇ ਆ, ਚਾਹੇ ਤੁਸੀਂ ਚੜ੍ਹਦੀ ਕਲਾ ਆਪਣਾ TV ਦੀ ਗੱਲ ਕਰ ਲਈਏ, ਕਿਉਂਕਿ ਤੁਸੀਂ ਔਰ ਜਿੰਨੇ ਵੀ ਆਪਣੇ ਪੰਜਾਬ ਦੇ ਚੈਨਲ ਸੀ ਉਹਨਾਂ ਸਾਰਿਆਂ ਦੇ ਦਬਾਅ ਕਰਕੇ ਅੱਜ ਇੰਨਾ ਲੱਗਦਾ ਕਿ 4 ਤਰੀਕ ਨੂੰ ਇਹ ਫੈਸਲਾ ਜਿਹੜਾ ਇਹ ਕਿਸਾਨਾਂ ਦੇ ਹੱਕ ਵਿੱਚ ਹੋਏਗਾ, ਕਿਉਂਕਿ 5 ਤਰੀਕ ਨੂੰ ਸ਼ਾਇਦ ਜਿਹੜੀ ਸੁਪਰੀਮ ਕੋਰਟ ਦੇ ਵਿੱਚ ਡੇਟ ਆ। ਔਰ ਮੈਂ ਗੱਲ ਕਹਾਂਗਾ ਕਿ ਉਸ ਦਿਨ ਵੀ ਕਿਸਾਨ ਜਥੇਬੰਦੀਆਂ ਇਸ ਗੱਲ ਤੇ ਅੜੇ ਰਹਿਣ ਕਿ ਜੇ ਬਿੱਲ ਰੱਦ ਕਰਨਾ ਹੈ ਤਾਂ ਇਹਦਾ ਐਫੀਡੇਵਿਟ ਜਿਹੜਾ ਹੈ ਕਿ ਤੁਸੀਂ ਸੁਪਰੀਮ ਕੋਰਟ 'ਚ ਦਿਓ, ਕਿਉਂਕਿ ਸੁਪਰੀਮ ਕੋਰਟ 'ਚ ਨਾ ਜਾਣ ਦਾ ਫੈਸਲਾ ਕਿਸਾਨ ਜਥੇਬੰਦੀਆਂ ਦਾ ਜਿਹੜਾ ਉਹ ਬੜਾ ਹੀ ਸ਼ਲਾਘਾਯੋਗ ਆ, ਕਿਉਂਕਿ ਸੁਪਰੀਮ ਕੋਰਟ ਵੀ ਇਹਨਾਂ ਦੀ ਸੀ। ਜੇ ਅਸੀਂ ਸੁਪਰੀਮ ਕੋਰਟ 'ਚ ਚਲੇ ਜਾਂਦੇ ਤਾਂ ਸੁਪਰੀਮ ਕੋਰਟ ਦੇ ਵਿੱਚ ਉਹ ਕੇਸ ਜਿਹੜਾ ਸੀ ਜੇ ਸਾਡੇ ਹੱਕ 'ਚ ਨਾ ਹੁੰਦਾ ਤਾਂ ਉਦੋਂ ਬਾਅਦ ਅਸੀਂ ਕਿਸੇ ਕੋਰਟ 'ਚ ਜਾ ਨਹੀਂ ਸੀ ਸਕਦੇ।
ਪਰ ਕਿਸਾਨ ਜਥੇਬੰਦੀਆਂ ਦੇ ਨਾਲ ਜਿਹੜੇ ਸਾਡੇ ਵਕੀਲ, ਜਿਹੜੇ ਸਾਡੇ ਜੱਜ ਦੋਸਤ, ਜਿੰਨੇ ਵੀ ਲੋਕ ਜੁੜੇ ਨੇ ਬੁੱਧੀਜੀਵੀ, ਉਹਨਾਂ ਸਾਰਿਆਂ ਨੇ ਇਹ ਸਲਾਹ ਦਿੱਤੀ ਕਿ ਆਪਾਂ ਸੁਪਰੀਮ ਕੋਰਟ 'ਚ ਨਹੀਂ ਜਾਣਾ। ਇਹ ਸਰਕਾਰ ਸੁਪਰੀਮ ਕੋਰਟ 'ਚ ਗਈ ਆ, ਇਹ ਸਰਕਾਰ ਹੀ ਜਿਹੜੀ ਹੈ ਆਪ ਹੀ ਐਫੀਡੇਵਿਟ ਦੇਵੇ ਔਰ ਮੈਨੂੰ ਲੱਗਦਾ ਕਿ 5 ਤਰੀਕ ਤੱਕ ਇਸ ਮਸਲੇ ਦਾ ਜਿਹੜਾ ਹੱਲ ਹੋ ਜਾਵੇਗਾ। ਔਰ ਉਸ ਤੋਂ ਬਾਅਦ ਉਹ ਜਿਹੜੇ ਸਾਡੇ ਵੀਰ ਆ, ਮੈਂ ਇੱਕ ਗੱਲ ਕਹਾਂਗਾ ਕਿਸਾਨਾਂ ਨੂੰ, ਕੱਲ੍ਹ ਉਹਨਾਂ ਨੇ ਇਹ ਬਹੁਤ ਵਧੀਆ ਕੀਤਾ ਕਿ ਜਿਹੜਾ ਉਹਨਾਂ ਨੇ ਕਿਹਾ ਕਿ ਜਿਹੜੇ ਲੋਕ ਸ਼ਹੀਦ ਹੋ ਗਏ ਨੇ, ਕਿਉਂਕਿ ਜਿਹੜੇ ਕਿਸਾਨੀ ਅੰਦੋਲਨ 'ਚ ਸ਼ਹੀਦ ਹੋਏ ਨੇ ਲੋਕ, ਉਹਨਾਂ ਦੇ ਪਰਿਵਾਰਾਂ ਨੂੰ ਨੌਕਰੀ, ਉਹਨਾਂ ਦੇ ਪਰਿਵਾਰਾਂ ਨੂੰ ਜਿਹੜਾ ਵੀ ਸਰਕਾਰ ਵੱਲੋਂ ਜਿਹੜਾ ਕੋਈ ਬੈਨੀਫਿਟ ਆ ਉਹ ਮਿਲਣੇ ਚਾਹੀਦੇ ਆ, ਕਿਉਂਕਿ ਉਹਨਾਂ ਦੀ ਕੁਰਬਾਨੀ ਅੱਜ ਜਿਹੜੀ ਹੈ ਉਹਨਾਂ ਦਾ ਜਿਹੜਾ ਕਿ ਗੋਲਡਨ ਸੁਨਹਿਰੀ ਅੱਖਰਾਂ 'ਚ ਜਿਹੜਾ ਨਾਂ ਲਿਖਿਆ ਜਾਣਾ ਚਾਹੀਦਾ ਉਹਨਾਂ ਲੋਕਾਂ ਦਾ। ਔਰ ਮੈਂ ਗੱਲ ਕਹਿੰਦਾ ਕਿ ਜਿਹੜੇ ਵੀ ਸਾਡੇ ਕਿਸਾਨ ਭਵਨ ਨੇ, ਜਿਵੇਂ ਸਾਡੇ 22 ਸੈਕਟਰ ਦੇ ਕਿਸਾਨ ਭਵਨ ਆ, ਤਾਂ ਉਹਨਾਂ ਜਿਹੜੇ ਕਿਸਾਨਾਂ ਦੀ, ਕਿਉਂਕਿ ਅਸਲ ਕਿਸਾਨ ਉਹ ਨੇ ਕਿ ਜਿਨ੍ਹਾਂ ਨੇ ਕੁਰਬਾਨੀ ਦਿੱਤੀ ਔਰ ਉਹਨਾਂ ਦੀ ਉਮਰ ਵੇਖੋ, ਉਹਨਾਂ ਦਾ ਉਮਰ ਦਾ ਤਕਾਜ਼ਾ ਵੇਖਦਿਆਂ ਆ, ਔਰ ਉਹਨਾਂ ਕਿਸਾਨਾਂ ਦੀ ਜਿਹੜੀ ਆ ਲਿਸਟ ਜਿਹੜੀ ਆ ਇੱਕ ਗੋਲਡਨ ਅੱਖਰਾਂ ਦੇ ਵਿੱਚ ਜਿਹੜਾ ਇੱਕ ਪੂਰੇ ਵਧੀਆ ਤਖਤੀ ਬਣਾ ਕੇ ਜਿਹੜਾ ਹੈ ਕਿ ਉਹ ਕਿਸਾਨ ਭਵਨ ਦੇ ਵਿੱਚ ਜਿੱਥੇ ਐਂਟਰੀ ਆ ਉੱਥੇ ਲੱਗਣੀ ਚਾਹੀਦੀ। ਅਸੀਂ ਵੀ ਸੀਐਮ ਸਾਹਿਬ ਨੂੰ, ਮੈਂ ਵੀ ਆਪਣੇ ਵੱਲੋਂ ਇਹ ਚਿੱਠੀ ਲਿਖਾਂਗਾ ਔਰ ਇਹ ਵੀ ਮੈਂ ਕਹਾਂਗਾ ਕਿ ਆਪਣੇ ਪੰਜਾਬ ਸਰਕਾਰ ਦਾ ਸਾਡਾ ਫਰਜ਼ ਬਣਦਾ। ਔਰ ਜੇ ਇੱਥੇ ਕੋਈ ਕ੍ਰਿਸ਼ੀ ਭਵਨ ਬਣਿਆ ਤਾਂ ਉੱਥੇ ਵੀ ਜਿਹੜਾ ਕਿ ਇਹਨਾਂ ਕਿਸਾਨਾਂ ਦਾ ਜਿਹੜਾ ਨਾਂ ਲਿਖਿਆ ਹੋਣਾ ਚਾਹੀਦਾ। ਉਹ ਕਾਲੇ ਪਾਣੀ ਜੇਲ੍ਹ ਵਾਲੀ ਗੱਲ ਨਾ ਹੋਵੇ ਕਿ ਜਿਨ੍ਹਾਂ ਨੇ ਤਾਂ ਕੁਰਬਾਨੀਆਂ ਦਿੱਤੀਆਂ ਉਹਨਾਂ ਦਾ ਲਿਸਟ 'ਚ ਨਾਂ ਨਾ ਹੋਵੇ, ਤੇ ਜਿਹੜੇ ਲੋਕ ਉਦੋਂ ਮਾਫੀ ਮੰਗ ਕੇ ਤੇ ਉੱਥੋਂ ਭੱਜ ਗਏ ਗੋਰਿਆਂ ਤੋਂ, ਉਹਨਾਂ ਲੋਕਾਂ ਦੇ ਅੱਜ ਉਹਨਾਂ ਦੇ ਨਾਂ ਦੇ ਉੱਤੇ ਉੱਥੇ ਲਾਈਟ ਐਂਡ ਸਾਊਂਡ ਚੱਲਦਾ। ਔਰ ਮੈਂ ਇਹ ਗੱਲ ਕਹਾਂਗਾ ਤੁਹਾਡੇ ਚੈਨਲ ਰਾਹੀਂ, ਕਿਉਂਕਿ ਬਹੁਤ ਲੋਕ ਜਿਨ੍ਹਾਂ ਨੇ ਅੱਜ ਨਵਾਂ ਸਾਲ ਮਨਾਉਣ ਲਈ ਜਿਹੜੇ ਹੋਰ ਕਈ ਥਾਵਾਂ 'ਤੇ ਜਾਂਦੇ ਸੀ, ਅੱਜ ਅਸੀਂ ਵੀ ਸਾਰਾ ਆਪਦਾ ਪਰਿਵਾਰ, ਸਾਰੇ ਐਮਪੀ ਸਾਹਿਬਾਨ, ਚਾਹੇ ਸਰਦਾਰ ਰਵਨੀਤ ਸਿੰਘ ਬਿੱਟੂ ਦੀ ਗੱਲ ਕਰ ਲਈਏ, ਚਾਹੇ ਗੁਰਜੀਤ ਸਿੰਘ ਔਜਲਾ ਜੀ ਦੀ ਗੱਲ ਕਰ ਲਈਏ, ਚਾਹੇ ਸਾਡੇ ਸਤਿਕਾਰਯੋਗ ਜਸਬੀਰ ਸਿੰਘ ਡਿੰਪਾ ਜੀ ਬੈਠੇ ਨੇ ਉਹਨਾਂ ਦੀ ਗੱਲ ਕਰ ਲਈਏ, ਵਿੱਕੀ ਭਿੰਡਰ ਜੀ ਬੈਠੇ ਨੇ, ਅਸੀਂ ਸਾਰਿਆਂ ਨੇ ਮਨ ਬਣਾਇਆ। ਔਰ ਜੋ ਜਥੇਬੰਦੀਆਂ ਵੱਲੋਂ ਐਲਾਨ ਸੀ, ਕਿਉਂਕਿ ਅਜੇ ਤੱਕ ਜੋ ਜਥੇਬੰਦੀਆਂ ਨੇ ਕਿਹਾ, ਜੇ ਉਹਨਾਂ ਨੇ ਕਿਹਾ ਕਿ 8 ਤਰੀਕ ਨੂੰ ਤੁਸੀਂ ਦੇਸ਼ ਬੰਦ ਕਰਨਾ ਹੈ ਤੇ ਦੇਸ਼ ਬੰਦ ਦੇ ਜਿਹੜੀ ਅਸੀਂ ਸਮਰਥਨ ਦਿੱਤਾ। ਜੇ ਉਸ ਤੋਂ ਬਾਅਦ ਉਹਨਾਂ ਨੇ ਕਿਹਾ ਕਿ ਤੁਸੀਂ ਜਿਹੜਾ ਹੈ ਕਿ ਭੁੱਖ ਹੜਤਾਲ ਰੱਖਣੀ, ਅਸੀਂ ਉਹ ਰੱਖੀ। ਔਰ ਜੇ ਉਸ ਤੋਂ ਬਾਅਦ ਉਹਨਾਂ ਨੇ ਕਿਹਾ ਕਿ ਜਿਸ ਦਿਨ ਮੋਦੀ ਨੇ ਮਨ ਕੀ ਬਾਤ ਕੀਤੀ ਉਹਦਾ ਵਿਰੋਧ ਕਰਨਾ, ਤਾਂ ਅਸੀਂ ਉਸ ਗੱਲ ਦਾ ਵਿਰੋਧ ਕੀਤਾ, ਕਿਉਂਕਿ ਅਸੀਂ ਇੱਕ ਸਿਆਸੀ ਨਹੀਂ, ਅਸੀਂ ਸਭ ਤੋਂ ਪਹਿਲਾਂ ਇੱਕ ਕਿਸਾਨ ਹਾਂ। ਕਿਉਂਕਿ ਸਭ ਤੋਂ ਪਹਿਲਾਂ ਜਦੋਂ ਵੀ ਕੋਈ ਮਾਂ ਦੇ ਪੇਟੋਂ ਪਲਦਾ ਹੈ ਜਾਂ ਤਾਂ ਕਿਸਾਨ ਪੈਦਾ ਹੁੰਦਾ, ਕਿਉਂਕਿ ਉਹਨੇ ਮਿਹਨਤ ਕਰਨੀ। ਕੋਈ ਬੰਦਾ ਇਹ ਲਿਖਾ ਕੇ ਨਹੀਂ ਆਉਂਦਾਗਾ ਕਿ ਮੈਂ ਐਮਐਲਏ ਬਣਨਾ ਹੈ, ਮੈਂ ਵਜ਼ੀਰ ਬਣਨਾ ਹੈ, ਮੈਂ ਮੁੱਖ ਮੰਤਰੀ ਬਣਨਾ, ਮੈਂ ਡਾਕਟਰ ਬਣਨਾ, ਮੈਂ ਆਈਪੀਐਸ ਬਣਨਾ, ਮੈਂ ਡੀਸੀ ਲੱਗਣਾ। ਔਰ ਇਸ ਕਰਕੇ ਮੈਂ ਗੱਲ ਕਹਿੰਦਾ ਕਿ ਅੱਜ ਵੀ ਜਿਹੜੀ ਕਾਲ ਆ ਉਹ ਇਹ ਆ ਕਿਸਾਨ ਜਥੇਬੰਦੀਆਂ ਦੀ ਕਿ ਨਵਾਂ ਸਾਲ ਜਿਹੜਾ ਹੈ ਕਿ ਅਸੀਂ ਆਪਦੇ ਪਰਿਵਾਰਾਂ ਦੇ ਨਾਲ ਇਹ ਕਿਸਾਨੀ ਅੰਦੋਲਨ ਦੇ ਵਿੱਚ ਜਿਹੜਾ ਕਿ ਜਿੱਥੇ ਜਿੱਥੇ ਧਰਨੇ ਮੁਜ਼ਾਹਰੇ ਲੱਗੇ ਆ, ਕਿਉਂਕਿ ਸਾਡੀ ਤਾਂ ਇੱਕ ਮਜਬੂਰੀ ਆ, ਜੇ ਅਸੀਂ ਇੱਥੋਂ ਉੱਠ ਕੇ ਜਾਂਦੇ ਆ ਤਾਂ ਹੋ ਸਕਦਾ ਮੁੜ ਕੇ ਸਾਨੂੰ ਇੱਥੇ ਬਹਿਣ ਨਾ ਦੇਣ। ਇਸ ਕਰਕੇ ਅਸੀਂ ਸਾਰੇ ਹੀ ਐਮਪੀ ਸਾਹਿਬਾਨਾਂ ਨੇ ਔਰ ਅਸੀਂ ਸਾਰਿਆਂ ਨੇ ਮਨ ਬਣਾਇਆ ਸਾਡੇ ਪਰਿਵਾਰ ਸ਼ਾਮ ਤੱਕ ਪਹੁੰਚ ਜਾਣਗੇ। ਅਸੀਂ ਇੱਥੇ ਜਿਹੜਾ ਕਿ ਉਹ ਕਿਸਾਨ ਅੰਦੋਲਨ ਲਈ, ਉਹਨਾਂ ਕਿਸਾਨਾਂ ਲਈ, ਉਹਨਾਂ ਭਰਾਵਾਂ ਨੂੰ ਸੱਚੀ ਸੁੱਚੀ ਸ਼ਰਧਾਂਜਲੀ ਇਹ ਹੋਵੇਗੀ ਜਿਨ੍ਹਾਂ ਨੇ ਕੁਰਬਾਨੀਆਂ ਦਿੱਤੀਆਂ, ਕਿ ਪ੍ਰਮਾਤਮਾ ਉਹਨਾਂ ਨੂੰ ਆਪਦੇ ਚਰਨਾਂ 'ਚ ਨਿਵਾਸ ਸਥਾਨ ਬਖਸ਼ੇ, ਪਿੱਛੇ ਜਿਹੜਾ ਹੈ ਕਿ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ੇ ਔਰ ਸਾਨੂੰ ਤਾਕਤ ਬਖਸ਼ੇ ਕਿ ਅਸੀਂ ਇਹ ਜਿਹੜਾ ਜੰਗ ਆ, ਇਹ ਜਿਹੜੀ ਲੜਾਈ ਆ, ਇਹ ਜਿੱਤ ਕੇ ਅਸੀਂ ਜਿਹੜਾ ਹੈ ਕਿ ਆਉਣ ਵਾਲਾ 2021 ਦਾ ਜਿਹੜੀ ਸ਼ੁਰੂਆਤ ਆ, ਪਹਿਲੇ ਹਫ਼ਤੇ 'ਚ ਅਸੀਂ ਆਪਣੇ ਉਹਨਾਂ ਖੇਤਾਂ ਦੇ ਵਿੱਚ ਉਹ ਆਪਦੀ ਮਾਤਰ ਭੂਮੀ ਦੇ ਨਾਲ ਜਾ ਕੇ ਫਿਰ ਆਪਦਾ ਜਿਹੜਾ ਕਿ ਕੰਮ ਧੰਦਾ ਜਿਹੜਾ ਉਹ ਕਰ ਸਕੀਏ। ਔਰ ਇਸੇ ਕਰਕੇ ਤੁਹਾਡੇ ਮਾਧਿਅਮ ਰਾਹੀਂ ਮੈਂ ਕਹਿਣਾ ਚਾਹੁੰਦਾ ਕਿ ਸਾਰੇ ਹੀ ਤੁਸੀਂ ਜਿਹੜੇ ਆ ਕਿ ਅੱਜ ਜਿੱਥੇ ਜਿੱਥੇ ਕਿਸਾਨ ਧਰਨੇ ਲੱਗੇ ਆ, ਕਿਸੇ ਨੂੰ ਕੋਈ ਸ਼ਿਮਲੇ ਜਾਣ ਦੀ ਲੋੜ ਨਹੀਂ। ਔਰ ਜੇ ਜਾਣਾ ਹੈ ਤਾਂ ਉਹਨਾਂ ਕਿਸਾਨਾਂ ਦੇ ਧਰਨਿਆਂ 'ਚ ਜਾਓ ਜਿੱਥੇ ਤੁਹਾਨੂੰ ਗੁਰੂ ਦੀ ਵੀ ਪ੍ਰਾਪਤੀ ਹੋਊਗੀ ਔਰ ਤੁਹਾਡਾ ਉਸ ਜੱਗ ਦੇ ਵਿੱਚ ਤੁਹਾਡਾ ਹਿੱਸਾ ਵੀ ਪਵੇਗਾ। ਔਰ ਮੈਂ ਆਸ ਕਰਦਾ ਵਾਂ ਕਿ ਤੁਸੀਂ ਸਾਰੇ ਜਾਣੇ ਨਵਾਂ ਸਾਲ ਜਿਹੜਾ ਹੈ ਕਿ ਇਹ ਕਿਸਾਨਾਂ ਦੇ ਨਾਂ ਕਿਸਾਨੀ ਅੰਦੋਲਨ ਦੇ ਵਿੱਚ ਜਿਹੜਾ ਸਾਰੇ ਰਲ ਕੇ ਮਨਾਉਂਗੇ।